ਨਿਰੰਕਾਰ ਦਾ ਸਤਿਯੁਗੀ ਤਪ ਅਸਥਾਨ, ਜਿੱਥੇ ਨਿਰੰਕਾਰ ਨੇ ਸਤਿਯੁਗ ਦੇ ਵਿੱਚ ਆਪ ਇਸ ਅਸਥਾਨ ਤੇ 40 ਕੋਸ ਦੀ ਗਿਰਦ ਵਿੱਚ ਇੱਕ ਇੱਕ ਸ਼ਬਦ ਦਾ ਆਪ ਸਵਾ ਕਲਪ ਜਾਪ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੂਸਰੇ ਦਿਨ ਦੀ ਸ਼ੁਰੂਆਤ ਅਸੀਂ ਕਰ ਰਹੇ ਹੈਗੇ ਹਾਂ ਤਖਤ ਸੱਚਖੰਡ ਸਾਹਿਬ ਸ੍ਰੀ ਹਜ਼ੂਰ ਸਾਹਿਬ ਤੋਂ। ਅੱਜ ਦੇ ਐਪੀਸੋਡ ਵਿੱਚ ਅਸੀਂ ਆਪ ਜੀ ਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਸਥਿਤ ਹੋਰ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਾਉਣ ਤੋਂ, ਤੇ ਨਾਲ ਹੀ ਅਸੀਂ ਆਪ ਜੀ ਨੂੰ ਸੱਚੇ ਪਾਤਸ਼ਾਹ ਕਲਗੀਆਂਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਸਤ੍ਰਿਤ ਇਤਿਹਾਸ ਸਰਵਣ ਕਰਾਵਾਂਗੇ ਇੱਥੇ ਦੇ ਰਹਿਰਾਸੀਏ ਭਾਈ ਸਾਹਿਬ ਭਾਈ ਪਰਮਵੀਰ ਸਿੰਘ ਜੀ ਤੋਂ। ਤੇ ਆਓ ਤੁਸੀਂ ਵੀ ਸਾਡੇ ਨਾਲ ਚਲੋ ਤੇ ਇੱਥੇ ਦਾ ਵਿਸਤ੍ਰਿਤ ਇਤਿਹਾਸ ਸਰਵਣ ਕਰੋ। जे को मन जाने मन कोई ऐसा नाम निरंजन हुई, जे को मन जाने मन कोई। ਸਾਡੇ ਨਾਲ ਇਸ ਵਕਤ ਨੇ ਭਾਈ ਸਾਹਿਬ ਭਾਈ ਪਰਮਵੀਰ ਸਿੰਘ ਜੀ ਰਹਿਰਾਸੀਏ, ਜਿਹੜੇ ਕਿ ਤਖਤ ਸੱਚਖੰਡ ਹਜ਼ੂਰ ਸਾਹਿਬ ਜੀ ਅਬਚਲ ਨਗਰ ਦੇ ਵਿੱਚ ਰਹਿਰਾਸ ਸਾਹਿਬ ਦਾ ਰੋਜ਼ ਸ਼ਾਮੀ ਪਾਠ ਕਰਦੇ ਨੇ। ਆਓ ਆਪ ਜੀ ਨੂੰ ਇਹਨਾਂ ਤੋਂ ਗੁਰਦੁਆਰਾ ਸਾਹਿਬ ਦਾ ਸੰਬੰਧਿਤ ਇਤਿਹਾਸ ਸਰਵਣ ਕਰਾਉਂਦੇ ਹਾਂ। ਸਭ ਤੋਂ ਪਹਿਲੇ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਆਪ ਇੱਥੇ ਦਾ ਜਿਹੜਾ ਇਤਿਹਾਸ ਹੈਗਾ ਉਹ ਸਾਰੀ ਸੰਗਤਾਂ ਨੂੰ ਸਰਵਣ ਕਰਾਓ। ਨਿਰੰਕਾਰ ਦਾ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ, ਇਹ ਉਹ ਮੁਕੱਦਸ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸੱਚਖੰਡ ਗਮਨ ਜੋਤੀ ਜੋਤ ਸਮਾਇਆ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ, ਦਸਾਂ ਗੁਰੂਆਂ ਸਾਹਿਬ ਜੀ ਦੀ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਨਿਰੰਕਾਰ ਦਾ ਸਤਿਯੁਗੀ ਤਪ ਅਸਥਾਨ, ਜਿੱਥੇ ਨਿਰੰਕਾਰ ਨੇ ਸਤਿਯੁਗ ਦੇ ਵਿੱਚ ਆਪ ਇਸ ਅਸਥਾਨ ਤੇ 40 ਕੋਸ ਦੀ ਗਿਰਦ ਵਿੱਚ ਇੱਕ ਇੱਕ ਸ਼ਬਦ ਦਾ ਆਪ ਸਵਾ ਕਲਪ ਜਾਪ ਕੀਤਾ। ਉਹ 4 ਸ਼ਬਦ ਹਨ, ਵਾਵਾ ਵਾਸਦੇਵ, ਹਾਹਾ ਹਰੀ, ਗੱਗਾ ਗੋਬਿੰਦ ਤੇ ਰਰਾ ਰਾਮ। ਇਹਨਾਂ 4 ਸ਼ਬਦਾਂ ਵਿੱਚੋਂ ਪਹਿਲਾ ਅੱਖਰ ਲੈ ਕੇ ਕਲਯੁਗ ਦੇ ਵਿੱਚ ਇੱਕ ਮੰਤਰ ਬਣਾਇਆ ਵਾਹਿਗੁਰੂ, ਤਾਂ ਜੋ ਕਲਯੁਗ ਦੇ ਵਿੱਚ ਜਿਹੜਾ ਕੋਈ ਸੰਸਾਰਿਕ ਜੀਵ ਇੱਕ ਵਾਰੀ ਵਾਹਿਗੁਰੂ ਜਪੇਗਾ, ਚਾਰੇ ਯੁਗਾਂ ਦੇ ਨਾਮ ਦੀ ਪ੍ਰਾਪਤੀ ਇੱਕੋ ਸ਼ਬਦ ਦੇ ਵਿੱਚ ਹੋਵੇਗੀ। ਜਿਸ ਵੇਲੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ ਪੰਜਾਬ ਦੇ ਸਾਰੇ ਕੌਤਕ ਕਰਕੇ ਦੱਖਣ ਦੀ ਇਹ ਪਾਵਨ ਪਵਿੱਤਰ ਮੁਕੱਦਸ ਅਸਥਾਨ ਵੱਲ ਰੁਖ ਕੀਤਾ, ਮਹਾਰਾਜ ਨੇ ਆਪਣੇ ਮੁਬਾਰਕ ਚਰਨਾਂ ਦੇ ਨਾਲ ਇਸ ਧਰਤੀ ਨੂੰ ਕਿਰਤਾਰਤ ਕੀਤਾ। ਗੁਰੂ ਸਾਹਿਬ ਇਸ ਅਸਥਾਨ ਤੇ 9 ਮਹੀਨੇ 28 ਦਿਨ ਦਾ ਸਮਾਂ ਇੱਥੇ ਬਤੀਤ ਕੀਤਾ, ਜਿਸ ਵਿੱਚ ਮਹਾਰਾਜ ਨੇ ਇੱਥੇ ਕਈ ਕੌਤਕ ਕੀਤੇ, ਜਿਨ੍ਹਾਂ ਵਿੱਚੋਂ ਇੱਥੇ ਲੋਕਲ ਗੁਰਦੁਆਰੇ ਸਾਹਿਬ ਵਿੱਚੋਂ ਇਤਿਹਾਸਿਕ ਅਸਥਾਨ ਸ਼ਿਕਾਰ ਘਾਟ ਸਾਹਿਬ, ਹੀਰਾ ਘਾਟ ਸਾਹਿਬ, ਬਸਮਤ ਨਗਰ ਦਮਦਮਾ ਸਾਹਿਬ, ਮਾਲਟੇਕੜੀ ਸਾਹਿਬ ਅਤੇ ਸੰਗਤ ਸਾਹਿਬ ਹਨ। ਸੋ ਸਾਧ ਸੰਗਤ ਜੀ, ਜਿਸ ਅਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ, ਇਸ ਅਸਥਾਨ ਤੇ ਅਖੀਰਲੇ ਸਮੇਂ ਜਦੋਂ ਗੁਰੂ ਸਾਹਿਬ ਨੇ ਕਾਰਨ ਕਰਨਾ ਸੀ, ਉਸ ਸਮੇਂ ਗੁਰੂ ਸਾਹਿਬ ਜੀ ਨੇ ਭਾਈ ਦਇਆ ਸਿੰਘ ਜੀ ਦੇ ਪ੍ਰਤੀ ਫਰਮਾਇਆ ਕਿ ਇਹ ਤੀਰ ਜਿੱਥੇ ਜਾ ਕੇ ਲੱਗੇਗਾ ਇਸੇ ਤੀਰ ਦੇ ਨਾਲ ਸਾਡੇ ਸਤਿਯੁਗ ਦਾ ਤਪ ਅਸਥਾਨ ਪ੍ਰਗਟ ਹੋਏਗਾ। ਗੋਦਾਵਰੀ ਦੇ ਕੰਢੇ ਨਗੀਨੇ ਘਾਟ ਅਸਥਾਨ ਤੋਂ ਗੁਰੂ ਸਾਹਿਬ ਨੇ ਜਿਸ ਵੇਲੇ ਚੀਲੇ ਉੱਤੇ ਤੀਰ ਚਾੜਿਆ, ਇਸੇ ਅਸਥਾਨ ਤੇ ਆ ਕੇ ਉਹ ਤੀਰ ਪ੍ਰਗਟ ਹੋਇਆ। ਫਿਰ ਗੁਰੂ ਸਾਹਿਬ ਆਪ ਇਸ ਅਸਥਾਨ ਤੇ, ਜਿਸ ਦੇ ਬਾਬਤ ਗੁਰੂ ਸਾਹਿਬ ਨੇ ਫਰਮਾਇਆ, ਸੂਹੀ ਮਹੱਲਾ 5ਵਾਂ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਗੁਰੂ ਸਾਹਿਬ ਨੇ ਕੱਤਕ ਦੇ ਦੂਜ ਵਾਲੇ ਦਿਨ ਇਸੇ ਅਸਥਾਨ ਤੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਜੋ ਮਰਿਆਦਾ ਰੀਤ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਤੋਂ ਚਲੀ ਆ ਰਹੀ ਹੈ, ਉਸੇ ਮਰਿਆਦਾ ਨੂੰ ਕਾਇਮ ਰੱਖਦੇ ਹੋਏ 5 ਪੈਸੇ ਨਾਰੀਅਲ ਰੱਖ ਕੇ, ਚੰਦਨ ਦਾ ਤਿਲਕ ਲਗਾ ਕੇ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਅਤੇ ਪਰਿਕਰਮਾ ਕੀਤਾ। ਉਸ ਸਮੇਂ ਹੁਕਮਨਾਮਾ ਆਇਆ, ਛੰਤ ਸੂਹੀ ਮਹੱਲਾ 5ਵਾਂ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ।
ਸੋ ਇਸ ਅਸਥਾਨ ਦਾ ਨਾਂ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਹੈ। ਤਖਤ ਇੱਥੋਂ ਗੁਰੂ ਸਾਹਿਬ ਜੀ ਨੇ ਸਮੁੱਚੇ ਸੰਸਾਰ ਦੇ ਪ੍ਰਤੀ ਇੱਕ ਹੁਕਮਨਾਮਾ ਬਖਸ਼ੀਸ਼ ਕੀਤਾ। ਸ਼੍ਰੀ ਮੁਖਵਾਕ ਪਾਤਸ਼ਾਹੀ 10ਵੀਂ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇਲੇ ਸਚ ਤਖਤ ਫਿਰ ਸੱਚਖੰਡ। ਇੱਥੋਂ ਗੁਰੂ ਸਾਹਿਬ ਜੀ ਨੇ ਸੱਚਖੰਡ ਗਮਨ ਕੀਤਾ। ਜੋਤੀ ਜੋ ਸਮਾਇਆ ਤਾਂ ਇਹ ਸੱਚਖੰਡ ਅਸਥਾਨ ਹੈ। ਅਬਚਲ ਨਗਰ ਸਾਹਿਬ ਇਸ ਨਗਰੀ ਦਾ ਨਾਂ ਗੁਰੂ ਸਾਹਿਬ ਜੀ ਨੇ ਉਸ ਹੁਕਮਨਾਮੇ ਦੇ ਵਿੱਚੋਂ ਦਿੱਤਾ, ਜਿਹੜਾ ਹੁਕਮਨਾਮਾ ਜਦੋਂ ਇੱਥੇ ਗੁਰਤਾ ਗੱਦੀ ਦਿੱਤੀ ਗਈ ਸੀ। ਉਹ ਹੁਕਮਨਾਮਾ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ, ਸੰਸਾਰ ਵਿੱਚ ਜੋ ਕੋਈ ਸੁਖ ਨਾ ਦੀ ਪ੍ਰਾਪਤੀ ਚਾਹੁੰਦਾ ਹੈ ਉਸ ਨੂੰ ਇੱਥੇ ਇਸ ਅਸਥਾਨ ਤੇ ਆ ਕੇ ਜਦੋਂ ਅਖੀਰਲੇ ਸਮੇਂ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਜਿਹੜਾ ਹੁਕਮਨਾਮਾ ਬਖਸ਼ੀਸ਼ ਕੀਤਾ, ਉਸ ਹੁਕਮਨਾਮੇ ਦੇ ਵਿੱਚ ਹੀ ਸਾਨੂੰ ਦ੍ਰਿਸ਼ਟਾਂਤ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹਾਬਤ ਸਾਹਿਬ ਨਾਨਕ ਰਹਿਣ ਰਜਾ। ਹੁਣੇ ਭਾਈ ਸਾਹਿਬ ਭਾਈ ਪਰਮਵੀਰ ਸਿੰਘ ਜੀ ਨੇ ਆਪ ਜੀ ਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਰਵਣ ਕਰਵਾਇਆ। ਗੁਰਦੁਆਰਾ ਸਾਹਿਬ ਦਾ ਵਿਸਤਾਰ ਵਿੱਚ ਇਤਿਹਾਸ ਜਾਣਨ ਤੋਂ ਉਪਰੰਤ ਹੁਣ ਅਸੀਂ ਆਪ ਜੀ ਨੂੰ ਲੈ ਕੇ ਚੱਲੇ ਹੈਗੇ ਹਾਂ ਗੁਰਦੁਆਰਾ ਸਾਹਿਬ ਦੇ ਪਰਿਸਰ ਵਿੱਚ, ਜਿੱਥੇ ਹੋਰ ਬਹੁਤ ਸਾਰੇ ਇਤਿਹਾਸਿਕ ਸਥਲ ਨੇ ਜਿਹਦੇ ਆਪ ਜੀ ਨੂੰ ਅਸੀਂ ਦਰਸ਼ਨ ਕਰਾਵਾਂਗੇ ਤੇ ਉੱਥੇ ਦਾ ਇਤਿਹਾਸ ਵੀ ਦੱਸਾਂਗੇ। ਗੁਰਦੁਆਰਾ ਸਾਹਿਬ ਦੇ ਵਿਸ਼ਾਲ ਪਰਿਸਰ ਵਿੱਚ ਸਾਹਮਣੇ ਜਿਹੜਾ ਖੂਹ ਜਿਹਦੇ ਆਪ ਦਰਸ਼ਨ ਕਰ ਰਹੇ ਹੋ, ਜਿਹਨੂੰ ਉੱਤੋਂ ਕਵਰ ਕਰਕੇ ਰੱਖਿਆ ਗਿਆ ਹੈ, ਇਸ ਨੂੰ ਬਾਵਲੀ ਸਾਹਿਬ ਦੇ ਨਾਂ ਤੇ ਜਾਣਿਆ ਜਾਂਦਾ ਹੈ। ਆਖਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਜਿਸ ਵਕਤ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾ ਰਹੇ ਸੀ ਤੇ ਉਸੇ ਵਕਤ ਇਸ ਬਾਵਲੀ ਸਾਹਿਬ ਦਾ ਨਿਰਮਾਣ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਨੇ ਚੰਦਾ ਸਿੰਘ ਜੀ ਨੂੰ ਗੁਰਦੁਆਰਾ ਬਣਾਉਣ ਵਾਸਤੇ ਇੱਥੇ ਨਿਯੁਕਤ ਕੀਤਾ ਸੀਗਾ ਤੇ ਉਹਨਾਂ ਨੇ ਮੀਟ ਜਥੇਦਾਰ ਬਾਬਾ ਗਊ ਸਿੰਘ ਜੀ ਤੋਂ ਇਸ ਸਥਾਨ ਦੀ ਕਾਰ ਸੇਵਾ ਕਰਵਾਈ ਤੇ ਇਸ ਪਵਿੱਤਰ ਖੂਹ ਸਾਹਿਬ ਦਾ ਨਿਰਮਾਣ ਹੋਇਆ, ਜਿਹਨੂੰ ਬਾਅਦ ਵਿੱਚ ਬਾਵਲੀ ਸਾਹਿਬ ਦਾ ਨਾਂ ਦਿੱਤਾ ਗਿਆ। ਪਰੰਪਰਾ ਦੇ ਮੁਤਾਬਿਕ ਹਰ ਰੋਜ਼ ਇੱਕ ਗਾਗਰ ਗੋਦਾਵਰੀ ਨਦੀ ਤੋਂ ਤੇ ਦੂਸਰੀ ਗਾਗਰ ਇਸ ਬਾਵਲੀ ਸਾਹਿਬ ਤੋਂ ਭਰ ਕੇ ਅੰਦਰ ਸਿੰਘਾਸਨ ਸਥਾਨ ਜਿਹੜਾ ਕਿ ਸੱਚਖੰਡ ਹਜ਼ੂਰ ਸਾਹਿਬ ਵਿੱਚ ਸਥਿਤ ਹੈ ਉਹਦੇ ਇਸ਼ਨਾਨ ਕਰਾਏ ਜਾਂਦੇ ਨੇ। ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪਰਿਸਰ ਵਿੱਚ ਜਿਸ ਸਥਾਨ ਜੀ ਦੇ ਆਪ ਹੁਣ ਦਰਸ਼ਨ ਕਰ ਰਹੇ ਹੈਗੇ ਹੋ, ਇਹਦਾ ਨਾਂ ਹੈ ਸਥਾਨ ਬੁੰਗਾ ਮਾਈ ਭਾਗੋ ਜੀ। ਇਸ ਸਥਾਨ ਨੂੰ ਮਾਈ ਭਾਗੋ ਜੀ ਦਾ ਨਿਵਾਸ ਸਥਾਨ ਵੀ ਆਖਦੇ ਨੇ। ਮਾਈ ਭਾਗੋ ਜੀ ਜਾਂ ਮਾਤਾ ਭਾਗ ਕੌਰ ਜੀ ਇੱਕ ਬਹੁਤ ਹੀ ਮਹਾਨ ਸਿੱਖ ਮਹਿਲਾ ਸੀਗੇ, ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਕੇਸਗੀ ਸਜਾਈ ਹੋਈ ਸੀ। ਖਾਲਸਾ ਯੂਨੀਫਾਰਮ ਦੇ ਵਿੱਚ ਕਿਰਪਾਨ ਧਾਰਨ ਕਰ ਹਮੇਸ਼ਾ ਉਹ ਯੁੱਧ ਦੇ ਮੈਦਾਨ ਵਿੱਚ ਲੜਨ ਵਾਸਤੇ ਤਤਪਰ ਰਹਿੰਦੇ ਸੀਗੇ, ਜਿਹਨੂੰ ਕਿ 40 ਮੁਕਤਿਆਂ ਦਾ ਯੁੱਧ ਆਖਿਆ ਜਾਂਦਾ ਹੈ। ਉਸ ਯੁੱਧ ਦੇ ਵਿੱਚ ਉਹਨਾਂ ਨੇ ਭਾਗ ਲਿੱਤਾ ਤੇ ਉਸ ਯੁੱਧ ਦੇ ਵਿੱਚ ਮਾਈ ਭਾਗੋ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਇੱਕਮਾਤਰ ਜੀਵਿਤ ਬਚੇ ਸੀਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਾਈ ਭਾਗੋ ਜੀ ਨੇ ਬਹੁਤ ਦੇਖਭਾਲ ਕੀਤੀ। ਉਹ ਹਮੇਸ਼ਾ ਪੁਰਸ਼ ਪੋਸ਼ਾਕ ਵਿੱਚ ਉਹਨਾਂ ਦੇ ਅੰਗਰਖਸ਼ਕ ਦੇ ਰੂਪ ਵਿੱਚ ਉਹਨਾਂ ਦੇ ਨਾਲ ਰਹਿੰਦੇ ਸੀਗੇ। ਆਪਣੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਉਹ ਮਾਈ ਭਾਗੋ ਜੀ ਦੀ ਰਾਈਫਲ ਦੇ ਸਾਹਮਣੇ ਜਿਹੜੀ ਰਾਈਫਲਾਂ ਦੇ ਆਪ ਦਰਸ਼ਨ ਕਰ ਰਹੇ ਹੈਗੇ ਹੋ, ਇਹ ਪੁਰਾਤਨ ਰਾਈਫਲਾਂ ਵਿੱਚੋਂ ਜਿਹੜੀ ਸਭ ਤੋਂ ਵੱਡੀ ਰਾਈਫਲ ਹੈ ਉਹ ਹੈਗੀ ਤਕਰੀਬਨ 12.5 ਫੁੱਟ ਦੀ ਤੇ ਉਹਦਾ ਵਜ਼ਨ ਹੈ 50 ਕਿਲੋ। ਇਹ ਰਾਈਫਲ ਮਾਈ ਭਾਗੋ ਜੀ ਚਲਾਉਂਦੇ ਸੀਗੇ। ਇਸ ਰਾਈਫਲ ਨੂੰ ਮਾਤਾ ਜੀ ਆਪਣੇ ਕੰਧੇ ਤੇ ਰੱਖ ਕੇ ਯੁੱਧ ਦੇ ਮੈਦਾਨ ਵਿੱਚ ਘੋੜਾ ਚਲਾਉਂਦੇ ਵਕਤ ਇੱਕ ਹੱਥ ਨਾਲ ਇਹਦਾ ਇਸਤੇਮਾਲ ਕਰਦੇ ਸੀ। ਬਾਕੀ ਛੋਟੀ ਰਾਈਫਲਾਂ ਇੱਥੇ ਜਿਹੜੀਆਂ ਸੁਸ਼ੋਭਿਤ ਨੇ ਉਹ 40 ਮੁਕਤਿਆਂ ਦੀਆਂ ਹੈਗੀਆਂ। ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ ਇੱਕ 3 ਮੰਜ਼ਿਲਾ ਇਮਾਰਤ ਦਾ, ਜਿਹਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗ੍ਰਹਾਲय ਯਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਦੇ ਨਾਂ ਤੋਂ ਜਾਣਿਆ ਜਾਂਦਾ ਹੈ। 144 ਵਰਗ ਮੀਟਰ ਦੇ ਵਿੱਚ ਬਣਿਆ ਹੋਇਆ ਸਥਾਨ, ਜਿਹਦੇ ਅੰਦਰ 13 ਪ੍ਰਦਰਸ਼ਨ ਗੈਲਰੀਆਂ ਨੇ ਤੇ ਇੱਕ ਮਲਟੀਪਰਪਜ਼ ਹਾਲ ਹੈ ਜਿਹਦੇ ਅੰਦਰ ਆਡੀਓ ਵਿਜ਼ੂਅਲ ਪ੍ਰੋਗਰਾਮ ਦਿਖਾਏ ਜਾਂਦੇ ਨੇ। ਇੱਕ ਲਾਇਬ੍ਰੇਰੀ ਹੈ ਤੇ ਆਫਿਸ ਵੀ ਇੱਥੇ ਬਣਿਆ ਹੋਇਆ ਹੈ। ਇਸ ਮਿਊਜ਼ੀਅਮ ਜਾਂ ਸੰਗ੍ਰਹਾਲय ਦੇ ਵਿੱਚ ਸਿੱਖ ਧਰਮ ਦੇ 10 ਗੁਰੂਆਂ ਦੀਆਂ ਇਤਿਹਾਸ ਦੇ ਉੱਤੇ ਪ੍ਰਕਾਸ਼ ਪਾਇਆ ਗਿਆ ਹੈ। ਇਹ ਸਥਾਨ ਸਿੱਖ ਇਤਿਹਾਸ ਦਾ ਵਰਣਨ ਕਰਦਾ ਹੈ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਮੁੱਖ ਰੂਪ ਤੋਂ ਇੱਥੇ ਦਰਸ਼ਿਤ ਕੀਤਾ ਗਿਆ ਹੈ।
ਇਹ ਸਥਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 300ਵੀਂ ਵਰਸ਼ਗਾਰ ਦੇ ਉਪਲਕਸ਼ ਵਿੱਚ ਬਣਾਇਆ ਗਿਆ ਹੈ, ਜਿਹਦੇ ਉੱਤੇ ਤਕਰੀਬਨ 20 ਕਰੋੜ ਰੁਪਏ ਖਰਚ ਹੋਏ ਸੀ। ਸਾਹਮਣੇ ਜਿਸ ਵਿਸ਼ਾਲ ਬਿਲਡਿੰਗ ਦੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ, ਇਹਨੂੰ ਇੱਥੇ ਦਾ ਲੰਗਰ ਹਾਲ ਆਖਿਆ ਜਾਂਦਾ ਹੈਗਾ। ਇੱਕ ਬਹੁਤ ਹੀ ਵੱਡੀ ਬਿਲਡਿੰਗ ਜਿਹਦੇ ਅੰਦਰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤ ਇੱਕ ਵਾਰ 'ਚ ਬਹਿ ਕੇ ਲੰਗਰ ਕਰ ਸਕਦੀ ਹੈ। ਨਾਲ ਹੀ ਇੱਕ ਬਹੁਤ ਹੀ ਵੱਡੀ ਕਿਚਨ ਇੱਥੇ ਬਣਾਈ ਹੋਈ ਹੈਗੀ। ਹਜ਼ਾਰਾਂ ਦੀ ਸੰਖਿਆ ਦੇ ਅੰਦਰ ਦੇਸ਼ ਵਿਦੇਸ਼ ਤੋਂ ਆਈ ਹੋਈ ਸੰਗਤਾਂ ਰੋਜ਼ ਇੱਥੇ ਆ ਕੇ ਲੰਗਰ ਛਕਦੀਆਂ ਨੇ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਲੰਗਰ ਦੀ ਸੇਵਾ ਇਸ ਸਥਾਨ ਦੇ ਉੱਤੇ 24 ਘੰਟੇ ਦਿਨ ਰਾਤ ਚੱਲਦੀ ਰਹਿੰਦੀ ਹੈਗੀ, ਜਿਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਭੇਦਭਾਵ ਕਿਸੇ ਨਾਲ ਨਹੀਂ ਕੀਤਾ ਜਾਂਦਾ ਤੇ ਹਰ ਸਥਾਨ ਤੋਂ ਆਏ ਹੋਏ, ਹਰ ਧਰਮ ਤੋਂ ਆਏ ਹੋਏ ਲੋਕ ਇਸ ਜਗ੍ਹਾ ਆਮੰਤਰਿਤ ਨੇ ਤੇ ਇੱਥੇ ਆ ਕੇ ਲੰਗਰ ਪ੍ਰਸ਼ਾਦ ਗ੍ਰਹਿਣ ਕਰ ਸਕਦੇ ਨੇ ਤੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰ ਸਕਦੇ ਨੇ। ਹੁਣ ਅਸੀਂ ਚਾਲੇ ਪਾ ਰਹੇ ਹੈਗੇ ਹਾਂ ਬਾਬਾ ਕੁਲਵੰਤ ਸਿੰਘ ਜੀ ਦੇ ਗ੍ਰਹਿ ਜਾਣ ਵਾਸਤੇ, ਜਿਹੜਾ ਕਿ ਐਸੀ ਪਰਿਸਰ ਵਿੱਚ ਸਥਿਤ ਹੈ। ਅੱਜ ਸਾਨੂੰ ਉਹਨਾਂ ਨੇ ਸਵੇਰ ਦਾ ਲੰਗਰ ਕਰਨ ਵਾਸਤੇ ਉੱਥੇ ਇਨਵਾਈਟ ਕੀਤਾ ਹੈ। ਆਓ ਤੁਸੀਂ ਵੀ ਸਾਡੇ ਨਾਲ ਚਲੋ। ਬਾਬਾ ਕੁਲਵੰਤ ਸਿੰਘ ਜੀ ਨੇ ਆਪਣੇ ਗ੍ਰਹਿ ਵਿਖੇ ਸਾਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦਿੱਤਾ ਤੇ ਹੁਣ ਅਸੀਂ ਚਾਲੇ ਪਾ ਰਹੇ ਹੈਗੇ ਹਾਂ ਇੱਥੇ ਦੇ ਪ੍ਰੈਸ ਕਾਨਫਰੰਸ ਹਾਲ ਵਿੱਚ ਜਾਣ ਵਾਸਤੇ, ਜਿੱਥੇ ਕਿ ਆਰਗੇਨਾਈਜ਼ਰਸ ਨੇ ਗੁਰਦੁਆਰਾ ਸਾਹਿਬ ਦੇ ਸਾਡੇ ਵਾਸਤੇ ਇੱਕ ਪ੍ਰੈਸ ਕਾਨਫਰੰਸ ਆਰਗੇਨਾਈਜ਼ ਕੀਤੀ ਹੈ। ਆਓ ਤੁਸੀਂ ਵੀ ਸਾਡੇ ਨਾਲ ਚਲੋ। फिर ना खाई। और इस यात्रा का जो उद्देश्य था वो बड़ा सिंपल था, क्योंकि आप अगर गुरु नानक देव जी का इतिहास पढ़ें और उनकी जीवनी के बारे में अगर पढ़ें तो आपको ये मालूम होगा कि उन्होंने कभी भी किसी एक धर्म के बारे में बात नहीं करी। उन्होंने मानवता का ही संदेश दिया, भाईचारे का संदेश दिया, एकता का संदेश दिया, औरत की सम्मान की बात की, पर्यावरण की बात उन्होंने करी। तो ये सारी चीज़ें जो है आज के परिप्रेक्ष्य में अगर आप हमें से देखते हैं तो ये बहुत ज़्यादा महत्वपूर्ण है। लोग अब जर्मन ट्रैवलर के नाम से जानते हैं। 4 जुलाई 2019 को गुरु नानक देव जी के पद चिन्हों पर चलने के लिए और उनका मानवता का संदेश सारी दुनिया में फैलाने के लिए हमने एक 2 लाख किलोमीटर की यात्रा दिल्ली गुरुद्वारा नानक प्याव से शुरू की और उसका पहला चरण था 45,000 किलोमीटर, जिसमें 29 स्टेट्स और 6 नेबरिंग कंट्रीज थे और वो सबको पूरा करके हम 5 मार्च को दिल्ली पहुँचेंगे और मैं यात्रा को पूरी करने के तकरीबन नज़दीक हूँ। और इससे पहले दिल्ली से लंदन तक की मैंने 40,000 किलोमीटर की यात्रा इसी गाड़ी द्वारा की है और जिन स्थानों पे हम जा रहे हैं इसी कार द्वारा जा रहे हैं। और तीसरा चरण जो उसका होगा वो होगा पाकिस्तान से आगे अफगानिस्तान, ईरान, इराक और 7 कॉन्टिनेंट, अफ्रीका, अमेरिका और न्यूजीलैंड, ऑस्ट्रेलिया और एशिया का बाकी हिस्सा, जो कि अगले 1.5 बरस में हम पूरा करेंगे। देवी मेरे तू गुना। ਅੱਜ ਦਾ ਸਾਰਾ ਦਿਨ ਕਿਸ ਤਰ੍ਹਾਂ ਗੁਜ਼ਰ ਗਿਆ ਇਹ ਪਤਾ ਵੀ ਨਹੀਂ ਲੱਗਿਆ। ਬਾਬਾ ਕੁਲਵੰਤ ਸਿੰਘ ਜੀ ਨੇ ਅੱਜ ਆਪਣੇ ਗ੍ਰਹਿ ਵਿਖੇ ਸਾਨੂੰ ਸਰੂਪੇ ਨਾਲ ਨਵਾਜ਼ਿਆ। ਉਪਰੰਤ ਇੱਥੇ ਦੇ ਪ੍ਰਬੰਧਕਾਂ ਨੇ ਇੱਕ ਸਾਡੇ ਵਾਸਤੇ ਪ੍ਰੈਸ ਕਾਨਫਰੰਸ ਰੱਖੀ ਸੀ, ਉਹਦੇ ਵਿੱਚ ਵੀ ਸਾਨੂੰ ਬੜਾ ਹੀ ਆਦਰ ਪਿਆਰ ਤੇ ਮਾਨ ਸਤਿਕਾਰ ਦਿੱਤਾ ਗਿਆ। ਕੱਲ ਅਸੀਂ ਤੁਹਾਨੂੰ ਇੱਕ ਹੋਰ ਨਵੇਂ ਸਥਾਨ ਤੇ ਲੈ ਕੇ ਚੱਲਾਂਗੇ, ਇੱਕ ਹੋਰ ਇਤਿਹਾਸਿਕ ਸਥਾਨ ਨਾਂਦੇੜ ਵਿੱਚ ਸਥਿਤ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ। ਤਦ ਤੱਕ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਪਿਰਚੁਅਲ ਜਰਨੀ ਟਰਬਨ ਟਰੈਵਲਰ ਦੀ ਸਾਡੇ YouTube ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तू ही दुनिया वाली ए खेड रचाई, तू ही दुनिया वाली ए खेड रचाई। हर डुबदी बेड़ी तू पार लंघाई, पार